सत श्री अकाल दोस्तों। माई नेम इज़ अजय सिडाना। बीइंग न्यू फैकल्टी member of GS, I welcome you all to Gills Mentor e-learning platform। ਇਸ ਵੈਸ਼ਵਿਕ ਮਹਾਮਾਰੀ ਦੇ ਚਲਦੇ ਹੋਏ ਲੋਕਡਾਊਨ ਦੇ ਵਿੱਚ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹਾਰਡ ਵਰਕ ਕਰ ਰਹੇ ਹੋਵੋਗੇ ਆਪਦੇ ਡ੍ਰੀਮਸ ਨੂੰ ਪੂਰਾ ਕਰਨ ਲਈ। ਦੋਸਤੋ, ਮਿਹਨਤ ਕਰਦੇ ਰਹੋ, ਪੋਜ਼ਿਟਿਵ ਰਹੋ। ਲੋਕਡਾਊਨ ਖੁੱਲ੍ਹਦੇ ਹੀ ਗੌਰਮੈਂਟ ਵੈਕੈਂਸੀਜ਼ ਵੀ ਆਉਣਗੀਆਂ ਐਂਡ ਜੋ ਵੀ ਪੈਂਡਿੰਗ ਐਗਜ਼ਾਮ ਹੈ, ਚਾਹੇ ਉਹ PPSC ਦੇ ਹੈ ਜਾਂ ਉਹ ਨੈਸ਼ਨਲ ਬੋਡੀਜ਼ ਲਾਈਕ NTPC ਦੇ ਹੈ, ਉਹ ਸਾਰੇ ਐਗਜ਼ਾਮ ਲਿੱਤੇ ਜਾਣਗੇ। ਸੋ ਦੋਸਤੋ, ਤੁਹਾਡੇ ਇਹਨਾਂ ਡ੍ਰੀਮਸ ਨੂੰ ਪੂਰਾ ਕਰਨ ਦੀ ਸਹਾਇਤਾ ਲਈ ਸਾਡੀ ਟੀਮ ਲੈ ਕੇ ਆਈ ਹੈ ਤੁਹਾਡੇ ਲਈ ਇੱਕ ਨਿਊ ਲੈਕਚਰ ਆਫ ਸੀਰੀਜ਼ ਜੋ ਹੈ ਸਟੈਟਿਕ GK। ਸੋ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਸਟੈਟਿਕ GK ਕਿਸੇ ਵੀ ਵਨਡੇ ਐਗਜ਼ਾਮ ਦਾ ਕਿੰਨਾ ਇੰਪੋਰਟੈਂਟ ਪਾਰਟ ਹੁੰਦਾ ਹੈ। ਕਿਸੇ ਵੀ ਵਨਡੇ ਐਗਜ਼ਾਮ ਦੇ ਵਿੱਚ ਸਟੈਟਿਕ GK ਪੁੱਛੀ ਜਾਂਦੀ ਹੈ, ਲੇਕਿਨ ਸਟੂਡੈਂਟਸ ਨੂੰ, ਐਸਪਾਇਰੈਂਟਸ ਨੂੰ ਇੱਕ ਕਨਫਿਊਜ਼ਨ ਹੁੰਦੀ ਹੈ ਕਿ ਇਹ ਸਟੈਟਿਕ GK ਜਿੰਨੀ ਐਗਜ਼ਾਮ ਦੇ ਵਿੱਚ ਅੱਜ ਕੱਲ੍ਹ ਡਿਟੇਲ ਦੇ ਵਿੱਚ ਪੁੱਛੀ ਜਾਂਦੀ ਹੈ, ਉਹ GK ਅਸੀਂ ਕਿਹੜੇ ਪਲੇਟਫਾਰਮ ਤੋਂ, ਕਿਹੜੀ ਬੁੱਕ 'ਚੋਂ ਅਸੀਂ ਕਰੀਏ। ਸੋ ਦੋਸਤੋ, ਇਹਨਾਂ ਸਭ ਦੇ ਸੋਲਿਊਸ਼ਨ ਤੁਹਾਨੂੰ ਜੋ ਮੈਂ ਅੱਜ ਇੱਕ ਕੋਰਸ ਦਾ ਸਟਰਕਚਰ ਦੱਸਣ ਜਾ ਰਿਹਾ, ਇਸ ਸਭ ਦੇ ਕੁਐਸਚਨ ਤੁਹਾਨੂੰ ਮਿਲਣਗੇ। ਤੁਸੀਂ ਵੀਡੀਓ ਦੇ ਵਿੱਚ ਬਣੇ ਰਹਿਣਾ। ਆਪਦੇ ਬਾਰੇ ਗੱਲ ਕਰਾਂ ਤਾਂ ਦੋਸਤੋ, ਮੈਨੂੰ 10 ਇਅਰਸ ਦਾ ਟੀਚਿੰਗ ਐਕਸਪੀਰੀਅੰਸ ਹੈ। ਬਹੁਤ ਸਾਰੇ ਐਗਜ਼ਾਮ ਅਪੀਅਰ ਹੋਏ ਆ, ਕਰੈਕ ਕੀਤੇ ਹੈ, ਓਬਜ਼ਰਵ ਕੀਤੇ ਹੈ। ਸੋ ਉਹਦੇ ਵਿੱਚ ਦੇਖਿਆ ਗਿਆ ਕਿ ਕਿਸ ਤਰ੍ਹਾਂ ਕੁਐਸਚਨ ਜੋ ਹੈ ਉਹ ਐਗਜ਼ਾਮੀਨਰ ਕਿਸ ਤਰ੍ਹਾਂ ਦੇ ਕੁਐਸਚਨ ਪੁੱਛਦਾ ਹੈ। ਸੋ ਜਿਵੇਂ ਕਿ ਤੁਹਾਡੇ ਸਾਹਮਣੇ ਦਿੱਤਾ ਗਿਆ ਕਿ ਇਹ ਜੋ ਸੀਰੀਜ਼ ਹੈ ਇਹ ਮੇਨਲੀ ਐਪਲੀਕੇਬਲ ਰਹੇਗੀ UPSC ਲਈ, PPSC ਲਈ, PCS ਲਈ, PPSC ਦਾ ਜੋ ਹੈਡਮਾਸਟਰ ਐਂਡ ਪ੍ਰਿੰਸੀਪਲ ਦਾ ਐਗਜ਼ਾਮ ਹੋਣ ਜਾ ਰਿਹਾ ਹੈ ਉਸ ਲਈ, ਤੇ ਹੋਰ ਬਾਕੀ ਦੇ ਜੋ ਵੀ ਸਟੇਟ ਐਗਜ਼ਾਮ ਹੁੰਦੇ ਹੈ ਉਹਨਾਂ ਲਈ ਜੋ ਵੀ ਸਟੈਟਿਕ GK ਦਾ ਕੰਟੈਂਟ ਹੈ ਉਹ ਇਸ ਵੀਡੀਓ ਦੇ ਵਿੱਚ ਦਿੱਤਾ ਜਾਏਗਾ। ਸੀਰੀਜ਼ ਆਫ ਲੈਕਚਰ ਰਹਿਣਗੇ, ਬਹੁਤ ਸਾਰੇ ਲੈਕਚਰਸ ਹੋਣਗੇ। 1 ਬਾਈ 1 ਹਰ ਵਾਰੀ ਦਾ ਆਪਾਂ ਇੱਕ ਟੌਪਿਕ ਲਵਾਂਗੇ ਜਿਹਨੂੰ ਕਿ ਟੋਟਲੀ ਨਿਚੋੜ ਦਾਂਗੇ। ਇੱਕ ਜੋ ਡਿਟੇਲ ਹੈ ਉਸ ਟੌਪਿਕ ਦੀ ਆਪਾਂ ਉਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਅਲੋਂਗ ਵਿਦ MCQ। ਐਂਡ MCQ ਦੋਸਤੋ, ਜੋ 1 ਪੁਆਇੰਟ MCQ ਨਹੀਂ ਹੋਣਗੇ। MCQ ਜੋ ਹੋਣਗੇ ਉਹ ਡਿਟੇਲ ਦੇ ਵਿੱਚ MCQ ਹੋਣਗੇ ਜੋ ਇਸ ਤਰ੍ਹਾਂ ਦੇ ਲੈਵਲ ਦੇ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹੈ। ਦੋਸਤੋ, ਜਿੰਨੀ ਪੋਸਟ ਦਾ ਰੈਂਕ ਹਾਈ ਹੋਏਗਾ ਉਨਾ ਹੀ ਐਗਜ਼ਾਮ ਦਾ ਲੈਵਲ ਜੋ ਹੈ ਉਹ ਟਫ ਹੁੰਦਾ ਹੈ। ਲਾਈਕ ਇਨ ਦੀ ਪ੍ਰੀਵੀਅਸ ਐਗਜ਼ਾਮਸ ਦੇਖਿਆ ਗਿਆ ਹੈ ਕਿ ਐਗਜ਼ਾਮੀਨਰ ਜੋ ਹੈ ਅੱਜ ਦੇ ਦੌਰਾਨ ਈਅਰਸ ਦੇ ਕੁਐਸਚਨ ਪੁੱਛਦਾ ਹੈ, ਐਗਜ਼ੈਕਟ ਡੇਟ ਪੁੱਛੀਆਂ ਜਾਂਦੀਆਂ, ਬਹੁਤ ਡਿਟੇਲ ਦੇ ਵਿੱਚ ਪੁੱਛਿਆ ਜਾਂਦਾ ਹੈ ਕੰਟੈਂਟ। ਸੋ ਦੋਸਤੋ, ਇਹ ਸਾਰੀ ਚੀਜ਼ ਨੂੰ ਸੁਣ ਕੇ ਜਾਂ ਜਿਵੇਂ ਕਿ ਤੁਸੀਂ ਜਿੰਨਾ ਸਟੈਟਿਕ GK ਬਾਰੇ ਹਮੇਸ਼ਾ ਕਨਫਿਊਜ਼ ਰਹਿੰਦੇ ਹੋ, ਉਹ ਕਨਫਿਊਜ਼ ਹੁਣ ਹੋਰ ਨਹੀਂ ਹੋਣਾ ਹੈ। ਤੁਸੀਂ ਆ ਕੁਐਸਚਨ ਮਾਰਕ ਦਾ ਸੋਲਿਊਸ਼ਨ ਮੈਂ ਤੁਹਾਡੇ ਸਾਹਮਣੇ ਜੋ ਹੈ ਇਸ ਵੀਡੀਓ ਦੇ ਰਾਹੀਂ ਲੈ ਕੇ ਆਇਆ ਕਿ ਇਸ ਕਨਫਿਊਜ਼ਨ ਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਹਾਂ। ਕਿਉਂਕਿ ਹੁਣ ਤੱਕ ਕੀ ਹੁੰਦਾ ਹੈ, ਆਪਾਂ ਸਟੈਟਿਕ GK ਨੂੰ ਕਿਸ ਤਰ੍ਹਾਂ ਲੈਂਦੇ ਹਾਂ, ਆਪਾਂ ਸਟੈਟਿਕ GK ਨੂੰ ਕ੍ਰੈਮਿੰਗ ਕਰਦੇ ਹਾਂ, ਆਪਾਂ ਰੱਟਾ ਲਗਾਉਂਦੇ ਹਾਂ ਦੋਸਤੋ ਸਟੈਟਿਕ GK ਦਾ। ਲੇਕਿਨ ਉਸ ਰੱਟਾ ਨਾਲ ਹੁੰਦਾ ਕੀ ਹੈ, ਜਦੋਂ ਆਪਾਂ ਐਗਜ਼ਾਮ ਦੇ ਵਿੱਚ ਜਾਂਦੇ ਹਾਂ ਤਾਂ ਹੁੰਦਾ ਕੀ ਹੈ, ਆਪਾਂ ਮਿਹਨਤ ਕੀਤੀ ਹੋਵੇ, ਜੋ ਸਟੂਡੈਂਟ ਐਗਜ਼ਾਮ ਦੇ ਚੁੱਕੇ ਹੈ ਜਾਂ ਜਿਨ੍ਹਾਂ ਨੇ ਪ੍ਰੀਵੀਅਸ ਈਅਰ ਐਗਜ਼ਾਮ 'ਚੋਂ ਪ੍ਰੈਕਟਿਸ ਕਰ ਰਹੇ ਹੈ, ਉਹ ਜਾਣਦੇ ਹੈ ਕਿ ਅਗਰ ਕਿਸੇ ਕੁਐਸਚਨ ਦੇ 4 ਆਪਸ਼ਨ ਹੈ ਤਾਂ ਕਈ ਵਾਰ ਕੀ ਹੁੰਦਾ ਹੈ, ਆਪਾਂ ਦੋ ਆਨਸਰਸ ਨੂੰ ਆਊਟਰਾਈਟਲੀ ਰਿਜੈਕਟ ਕਰ ਸਕਦੇ ਹਾਂ, ਲੇਕਿਨ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਕਿੰਨਾ 2 ਆਪਸ਼ਨਸ ਦੇ ਵਿੱਚ। ਉਹ ਕਨਫਿਊਜ਼ਨ ਜੋ ਆਪਣੇ ਨੂੰ ਰਹਿੰਦੀ ਹੈ ਕਿ ਮੈਂ A ਦੀ ਤਰਫ ਜਾਵਾਂ, ਮੈਂ 1 ਦੀ ਤਰਫ ਜਾਵਾਂ ਜਾਂ ਮੈਂ 2 ਦੀ ਤਰਫ ਜਾਵਾਂ। ਸੋ ਐਸੇ ਕਨਫਿਊਜ਼ਨ ਨੂੰ ਕਿਸ ਤਰੀਕੇ ਨਾਲ ਦੂਰ ਕੀਤਾ ਜਾ ਸਕਦਾ ਹੈ, ਇਹ ਦੂਰ ਕੀਤਾ ਜਾ ਸਕਦਾ ਹੈ ਦੋਸਤੋ ਵੱਧ ਤੋਂ ਵੱਧ ਡਿਟੇਲ 'ਚ ਪੜ੍ਹਨ ਨਾਲ। ਜਿਹੜੇ ਟੌਪਿਕ ਨੂੰ ਤੁਸੀਂ ਜਿੰਨੀ ਜ਼ਿਆਦਾ ਡਿਟੇਲ 'ਚ ਪੜ੍ਹੋਗੇ ਤੁਸੀਂ ਓਨੀ ਹੀ ਕਨਫਿਊਜ਼ਨ ਨੂੰ ਰਿਮੂਵ ਕਰ ਸਕਦੇ ਹੋ। ਸੋ ਹੁਣ ਮੈਂ ਗੱਲ 'ਤੇ ਆਉਣਾ ਕਿ ਜੋ ਮੇਨ ਗੱਲ ਜੋ ਆਪਣੀ ਹੈ, ਸਟਰਕਚਰ ਕੀ ਰਹੇਗਾ ਇਸ ਜੋ ਹੈ GS ਕੋਰਸ ਦਾ। ਦੋਸਤੋ, ਮੈਂ ਇੱਕ ਚੀਜ਼ ਹੋਰ ਦੱਸੂਗਾ ਤੁਹਾਨੂੰ ਆਉਣ ਵਾਲੀ ਸੀਰੀਜ਼ ਦੇ ਵਿੱਚ ਕਿ GS ਕੀ ਹੁੰਦਾ ਹੈ, GK ਕੀ ਹੁੰਦਾ ਹੈ ਤੇ GA ਕੀ ਹੁੰਦਾ ਹੈ। ਇਹ ਮੈਂ ਜ਼ਰੂਰ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੇ ਵਿੱਚ ਇਹਨਾਂ ਦੇ ਵਿੱਚ ਡਿਫਰੈਂਸ ਦੱਸਾਂਗਾ ਕਿ GS, GK, GA ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਸੋ ਇਸ ਕੋਰਸ ਦਾ ਕੀ ਸਟਰਕਚਰ ਰਹੇਗਾ, ਸਟਰਕਚਰ ਤੁਹਾਡੇ ਸਾਹਮਣੇ ਹੈ। ਹਰ ਲੈਕਚਰ ਦੀ ਡਿਟੇਲ ਤੁਹਾਡੇ ਸਾਹਮਣੇ ਲਿਖੀ ਹੋਈ ਹੈ। ਸੋ ਜਿਵੇਂ ਕਿ ਲੈਕਚਰ 1 ਵਰਲਡ ਹੈਰੀਟੇਜ ਸਾਈਟਸ ਇਨ ਇੰਡੀਆ। ਸੋ ਆਪਾਂ ਨੂੰ ਪਤਾ ਹੈ ਕਿੰਨੀਆਂ ਵਰਲਡ ਹੈਰੀਟੇਜ ਸਾਈਟਸ ਹੈ ਇੰਡੀਆ ਦੇ ਵਿੱਚ, 38 ਵਰਲਡ ਹੈਰੀਟੇਜ ਸਾਈਟਸ ਹੈ। ਇਹਨਾਂ 38 ਦਾ ਨਾਮ ਤੁਹਾਨੂੰ ਕਿਤੇ ਵੀ ਗੂਗਲ ਤੋਂ, ਕਿਸੇ ਵੀ ਅਪਡੇਟਡ ਬੁੱਕ 'ਚੋਂ ਬਿਲਕੁਲ ਮਿਲ ਜਾਏਗਾ, ਲੇਕਿਨ ਇੰਨਾ ਸਫੀਸ਼ੀਐਂਟ ਨਹੀਂ ਹੈ। ਅਗਰ ਤੁਸੀਂ
ਇਸ ਤਰ੍ਹਾਂ ਦੇ ਹਾਇਰ ਲੈਵਲ ਦੇ ਐਗਜ਼ਾਮ ਦੇ ਵਿੱਚ ਬੈਠਦੇ ਹੋ ਤਾਂ ਇਹਨਾਂ 38 ਦੀ ਇੱਕ ਇੱਕ ਡਿਟੇਲ, ਕਿਸੇ ਵੀ ਡਿਟੇਲ ਬਾਰੇ ਜੋ ਕੁਐਸਚਨ ਹੈ ਉਹ ਆ ਸਕਦਾ ਹੈ। ਜਿਵੇਂ ਕਿ ਆਪਾਂ ਇਸ ਵੀਡੀਓ ਦੇ ਲਾਸਟ ਤੇ 5 MCQs ਕਰਾਂਗੇ, ਜਿੰਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਦਾ ਲੈਵਲ, ਕਿਸ ਤਰ੍ਹਾਂ ਦੇ ਜੋ ਕੁਐਸਚਨਸ ਹੈ ਉਹ ਐਗਜ਼ਾਮੀਨਰ ਪੁੱਛਦਾ ਹੈ। ਸੋ ਇਹਦੇ ਬਾਰੇ ਆਪਾਂ ਕਰਾਂਗੇ। ਪਲੱਸ ਆਪਾਂ ਕੀ ਕਰਾਂਗੇ ਕਿ ਇਹ ਵਰਲਡ ਹੈਰੀਟੇਜ ਜੋ ਸਾਈਟਸ ਹੈ ਇਹਨੂੰ ਕੌਣ ਰੈਕੋਗਨਾਈਜ਼ ਕਰਦਾ ਹੈ। ਆਪਾਂ ਪੜ੍ਹਦੇ ਹਾਂ ਕਿ ਇਹਨੂੰ ਜੋ ਹੈ ਉਹ ਯੂਨੈਸਕੋ ਇੱਕ ਬੋਡੀ ਹੈ ਜੋ ਇਹਨੂੰ ਰੈਕੋਗਨਾਈਜ਼ ਕਰਦੀ ਹੈ। ਤਾਂ ਇਹਦੇ ਕੀ ਪੈਰਾਮੀਟਰ ਰਹਿੰਦੇ ਹੈ, ਕੌਣ ਦੇਸ਼ ਇਹਦਾ ਮੈਂਬਰ ਹੈ। ਅਗਰ ਇੰਡੀਆ ਨੇ ਆਪਦੀ ਕੋਈ ਸਾਈਟ ਰੈਕੋਗਨਾਈਜ਼ ਕਰਵਾਉਣੀ ਹੋਏ ਤਾਂ ਉਹਦਾ ਕੀ ਪ੍ਰੋਸੀਜਰ ਰਹਿੰਦਾ ਹੈ, ਉਹਨੂੰ ਕਿਹੜੇ ਪਹਿਲੂਆਂ ਦੇ ਵਿੱਚ ਗੁਜ਼ਰਨਾ ਪੈਂਦਾ ਹੈ। ਇੱਕ ਇੱਕ ਚੀਜ਼, ਇੱਕ ਇੱਕ ਰੂਲ ਆਪਾਂ ਇਹਨਾਂ ਦਾ ਜੋ ਹੈ ਉਹ ਪੜਾਂਗੇ। ਦੈਨ ਦੇਖੋ ਟੈਂਪਲਸ ਆਫ ਇੰਡੀਆ। ਹੁਣ ਟੈਂਪਲਸ ਆਫ ਇੰਡੀਆ ਟੌਪਿਕ ਹੈ, ਗਲੀ ਮੰਦਿਰ ਹੈ। ਇੰਡੀਆ ਜੋ ਹੈ ਉਹ ਮੰਦਿਰਾਂ ਦਾ ਦੇਸ਼ ਹੈ, ਲੇਕਿਨ ਕਿਹੜੇ ਮੰਦਿਰ ਐਗਜ਼ਾਮੀਨੇਸ਼ਨ ਦੇ ਵਿੱਚ ਪੁੱਛੇ ਜਾਂਦੇ ਹੈ, ਕਿਉਂ ਪੁੱਛੇ ਜਾਂਦੇ ਹੈ। ਦੋਸਤੋ ਤੁਸੀਂ ਬਾਕੀ ਦੇਖ ਸਕਦੇ ਹੋ, ਨੈਸ਼ਨਲ ਪਾਰਕ, ਵਾਈਲਡ ਲਾਈਫ ਸੈਂਚੁਰੀ, ਬਾਇਓਸਫੀਅਰ ਰਿਜ਼ਰਵ। ਸਿਰਫ ਨੇਮ ਨਹੀਂ, ਆਪਾਂ ਕਰਾਂਗੇ ਕਿ ਇਹਨਾਂ ਤਿੰਨਾਂ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ, ਕਿਹੜੇ ਏਰੀਏ ਨੂੰ ਨੈਸ਼ਨਲ ਪਾਰਕ ਕਿਹਾ ਜਾਂਦਾ ਹੈ, ਕਿਹੜੇ ਏਰੀਏ ਨੂੰ ਬਾਇਓਸਫੀਅਰ ਰਿਜ਼ਰਵ ਕਿਹਾ ਜਾਂਦਾ ਹੈ, ਕਿਹੜੇ ਏਰੀਏ ਨੂੰ ਵਾਈਲਡ ਲਾਈਫ ਸੈਂਚੁਰੀ ਕਿਹਾ ਜਾਂਦਾ ਹੈ, ਕੀ ਡਿਫਰੈਂਸ ਹੁੰਦਾ ਹੈ, ਕਿਉਂ ਕਿਹਾ ਜਾਂਦਾ ਹੈ, ਕਿਹੜਾ ਓਲਡੈਸਟ ਪਾਰਕ ਹੈ, ਕਿਹੜਾ ਲਾਰਜੈਸਟ ਪਾਰਕ ਹੈ, ਕਦੋਂ ਕਿਸੇ ਪਾਰਕ ਨੂੰ ਨੈਸ਼ਨਲ ਪਾਰਕ ਦਾ ਦਰਜਾ ਦਿੱਤਾ ਜਾਂਦਾ ਹੈ। ਇੱਕ ਇੱਕ ਚੀਜ਼ ਆਪਾਂ ਕਰਾਂਗੇ। ਦੈਨ ਦੇਖੋ ਨਿਊਕਲੀਅਰ ਪਾਵਰ ਪਲਾਂਟ ਇਨ ਇੰਡੀਆ। ਨਿਊਕਲੀਅਰ ਪਲਾਂਟ ਤਾਂ ਦੋਸਤੋ ਸਿਰਫ 7 ਵਰਕਿੰਗ ਦੇ ਵਿੱਚ ਹੈ ਇੰਡੀਆ ਦੇ ਵਿੱਚ, ਤੇ 3% ਜੋ ਇਲੈਕਟ੍ਰੀਸਿਟੀ ਹੈ ਇੰਡੀਆ ਦੀ ਉਹ ਨਿਊਕਲੀਅਰ ਪਾਵਰ ਨਾਲ ਬਣਾਈ ਜਾਂਦੀ ਹੈ। ਲੇਕਿਨ ਕੀ ਆ 7 ਪੜ੍ਹਨਾ ਸਫੀਸ਼ੀਐਂਟ ਹੋਏਗਾ? ਨੋ। ਆਪਾਂ ਕੀ ਕਰਾਂਗੇ, ਆਪਾਂ ਕੰਪਲੀਟ ਨਿਊਕਲੀਅਰ ਪਾਵਰ ਬਾਰੇ ਪੜਾਂਗੇ ਕਿ ਨਿਊਕਲੀਅਰ ਪਾਵਰ ਕਿਵੇਂ ਜਨਰੇਟ ਕੀਤੀ ਜਾਂਦੀ ਹੈ, ਕੀ ਇਹਦੇ ਬਾਏ ਪ੍ਰੋਡਕਟਸ ਹੁੰਦੇ ਹੈ। ਉਸ ਤੋਂ ਬਾਅਦ ਇੰਡੀਆ ਦੀਆਂ ਕਿਹੜੀਆਂ ਸਟੇਜਿਸ ਹੈ, ਜਿਹੜੀਆਂ ਸਟੇਜਿਸ ਦੇ ਵਿੱਚ ਨਿਊਕਲੀਅਰ ਜੋ ਪਾਵਰ ਹੈ ਉਹ ਬਣਾਈ ਜਾਂਦੀ ਹੈ। ਕਿ ਅਟੋਮਿਕ ਜੋ ਡਿਪਾਰਟਮੈਂਟ ਆਫ ਅਟੋਮਿਕ ਐਨਰਜੀ ਹੈ ਉਹਦੀ ਕੀ ਆਰਗੇਨਾਈਜੇਸ਼ਨ ਹੈ, ਕਿਹੜੇ ਜੋ ਹੈ ਉਹ ਆਪਣੇ ਟੈਕਨੀਕਲ ਜਾਂ ਰਿਸਰਚ ਇੰਸਟੀਟਿਊਟ ਹੈ ਜੋ ਨਿਊਕਲੀਅਰ ਪਾਵਰ ਨਾਲ ਰਿਲੇਟ ਕਰਦੇ ਹੈ। ਇਹ ਸਾਰੀ ਇੱਕ ਡਿਟੇਲ ਆਪਾਂ ਕਰਾਂਗੇ। ਹਾਈਡਰੋ ਪਲਾਂਟਸ ਇਨ ਇੰਡੀਆ, ਮਾਊਂਟੇਨਸ ਆਫ ਇੰਡੀਆ, ਮਾਊਂਟੇਨਸ ਆਫ ਵਰਲਡ, ਹਰ ਚੀਜ਼। ਅਗਰ ਮੈਂ ਇਹਨੂੰ ਇੱਕ ਲਾਈਨ ਦੇ ਵਿੱਚ ਕਵਾਂ ਤਾਂ ਆਪਾਂ ਇਹ ਜੋ ਸਾਰੀ ਸੀਰੀਜ਼ ਹੈ ਇਹ 3W ਤੇ ਬੇਸ ਹੋਏਗੀ। ਤੁਸੀਂ ਜਾਣਨਾ ਚਾਹੋਗੇ ਕਿ ਇਹ 3W ਕੀ ਹੈ। ਇਹ 3W ਹੈ ਦੋਸਤੋ। ਫਸਟ ਹੈ ਵਟ, ਸੈਕਿੰਡ ਹੈ ਵੈਨ। ਵਟ ਐਂਡ ਵੈਨ ਤੁਹਾਨੂੰ ਬੁੱਕਸ ਚੋਂ ਬਿਲਕੁਲ ਮਿਲ ਸਕਦਾ ਹੈ, ਬਟ ਤੁਹਾਨੂੰ ਉਹਦੀ ਕ੍ਰੈਮਿੰਗ ਕਰਨੀ ਪੈਂਦੀ ਹੈ। ਆਪਾਂ ਇਸ ਵੀਡੀਓ ਦੇ ਰਾਹੀਂ ਕਰਨਾ ਚਾਹਾਂਗੇ ਵਾਏ। ਸਾਰੇ ਆਨਸਰ ਤੁਹਾਡੇ ਵਾਏ ਦੇ ਵਿੱਚ ਲੁਕੇ ਹੋਏ ਹੈ। ਜੈਪੁਰ ਨੂੰ 2019 ਦੇ ਵਿੱਚ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਮਿਲਿਆ। ਕਿਉਂ ਮਿਲਿਆ? ਜੈਪੁਰ ਨੂੰ ਹੀ ਕਿਉਂ ਮਿਲਿਆ? ਰਾਈਟ। ਨਿਊਕਲੀਅਰ ਪਾਵਰ ਪਲਾਂਟ ਦੀ ਅਗਰ ਆਪਾਂ ਗੱਲ ਕਰੀਏ, ਨਿਊਕਲੀਅਰ ਪਾਵਰ ਪਲਾਂਟ ਜੋ ਆਪਣਾ ਕੁੰਡਨਕੁਲਮ ਨਿਊਕਲੀਅਰ ਪਾਵਰ ਪਲਾਂਟ ਹੈ ਤਮਿਲਨਾਡੂ ਦੇ ਵਿੱਚ ਹੈ, ਉਹ ਕਿਹਦੇ ਅੰਡਰ ਆਉਂਦਾ ਹੈ? ਜਿਹੜੀ ਵੀ ਆਰਗੇਨਾਈਜੇਸ਼ਨ ਦੇ ਅੰਡਰ ਆਉਂਦਾ, ਕਿਉਂ ਉਸ ਦੇ ਅੰਡਰ ਆਉਂਦਾ ਹੈ, ਕੀ ਪੈਰਾਮੀਟਰ ਹੈ। ਇਹ ਇੱਕ ਇੱਕ ਚੀਜ਼ ਆਪਾਂ ਕਰਾਂਗੇ ਤੁਹਾਡੀ ਹਰ ਕਨਫਿਊਜ਼ਨ ਨੂੰ ਦੂਰ ਕਰਨ ਲਈ। ਜੋ ਕਨਫਿਊਜ਼ਨ ਤੁਹਾਡੀ ਪੜ੍ਹਦੇ ਹੋਏ ਹੁੰਦੀ ਹੈ, ਜੋ ਕਨਫਿਊਜ਼ਨ ਤੁਹਾਡੀ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਹੁੰਦੀ ਹੈ, ਸਾਰੀ ਕਨਫਿਊਜ਼ਨ ਇਸ ਰਾਹੀਂ ਆਪਾਂ ਦੂਰ ਕਰਾਂਗੇ। ਸੋ ਦੋਸਤੋ ਵੀਡੀਓ ਦੇ ਵਿੱਚ ਬਣੇ ਰਹਿਣਾ। ਹੁਣ ਮੈਂ ਤੁਹਾਨੂੰ MCQ ਦੱਸੂਗਾ ਕਿ ਕਿਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਜੋ ਐਗਜ਼ਾਮ ਹੁੰਦੇ ਹੈ ਉਹਨਾਂ 'ਚ ਕਿਸ ਤਰ੍ਹਾਂ ਦੇ MCQ ਕਿਸ ਲੈਵਲ ਦੇ ਪੁੱਛੇ ਜਾਂਦੇ ਹੈ। ਤੁਹਾਡੇ ਸਾਹਮਣੇ ਫਸਟ MCQ ਹੈ, which of the following statement is not true about ਅਜੰਤਾ ਕੇਵਸ। ਅਜੰਤਾ ਕੇਵਸ ਦੀ ਅਗਰ ਆਪਾਂ ਗੱਲ ਕਰੀਏ, ਆਪਾਂ ਪਹਿਲਾ ਲੈਕਚਰ ਦੀ ਆਪਾਂ ਹੁਣੇ ਕਰਕੇ ਆਏ ਹਾਂ ਕਿ ਪਹਿਲੇ ਲੈਕਚਰ ਦਾ ਟੌਪਿਕ ਹੈ ਵਰਲਡ ਹੈਰੀਟੇਜ ਸਾਈਟ। ਵਰਲਡ ਹੈਰੀਟੇਜ ਸਾਈਟ, ਫਸਟ ਵਰਲਡ ਹੈਰੀਟੇਜ ਸਾਈਟ ਜੋ ਆਪਣੀ ਇੰਡੀਆ ਨੂੰ ਮਿਲੀ ਸੀ 1983 ਦੇ ਵਿੱਚ, ਉਹ ਸੀ ਅਜੰਤਾ ਕੇਵਸ ਜੋ ਕਿ ਮਹਾਰਾਸ਼ਟਰ ਦੇ ਵਿੱਚ ਹੈ। ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਅਜੰਤਾ ਕੇਵਸ ਬਾਰੇ ਕਿਹੜਾ ਕਥਨ ਠੀਕ ਨਹੀਂ ਹੈ। ਫਸਟ ਕੀ ਹੈ? ਅਜੰਤਾ ਕੇਵਸ ਵਰ ਟੈਗਡ ਐਜ਼ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਇਨ 1983। ਹੁਣੇ ਦੱਸਿਆ ਮੈਂ ਤੁਹਾਨੂੰ, ਇਹ ਕਥਨ ਸਹੀ ਹੈ ਅਜੰਤਾ ਕੇਵਸ ਬਾਰੇ। ਸੈਕਿੰਡ, ਕਰੰਟਲੀ ਥੀਸ ਕੇਵਸ ਆਰ ਟੇਕਨ ਕੇਅਰ ਬਾय ASI, that is ਆਰਕਿਓਲੋਜੀਕਲ ਸਰਵੇ ਆਫ ਇੰਡੀਆ। ਬਿਲਕੁਲ ਠੀਕ ਹੈ। Third, the general style of painting at the Ajanta caves seems to have influenced paintings in Tibet and Sri Lanka। ਜਦੋਂ ਆਪਾਂ ਅਜੰਤਾ ਕੇਵਸ ਬਾਰੇ ਪੜਾਂਗੇ ਤਾਂ ਆਪਾਂ ਦੇਖਾਂਗੇ ਅਜੰਤਾ ਕੇਵਸ ਬੁੱਧਿਸਟ ਜੋ ਰਿਲੀਜਨ ਹੈ ਉਹਦੇ ਨਾਲ ਰਿਲੇਟਿਡ ਹੈ। ਸੋ ਬੁੱਧਿਸਟ ਰਿਲੀਜਨ ਮੇਨਲੀ ਰਿਲੇਟ ਕਰਦਾ ਹੈ ਤਿੱਬਤ ਐਂਡ ਸ਼੍ਰੀਲੰਕਾ। ਸੋ ਦਿਸ ਇਜ਼ ਆਲਸੋ ਟਰੂ। ਡੀ ਕੀ ਕਹਿ ਰਿਹਾ ਹੈ? ਅਜੰਤਾ ਕੇਵਸ ਵਰ ਐਕਸਕੇਵੇਟਿਡ ਬਿਟਵੀਨ 12th century and 16th century। ਨੋ, ਦਿਸ ਇਜ਼ ਨੋਟ ਟਰੂ। ਅਜੰਤਾ ਕੇਵਸ ਬਾਰੇ ਜਦੋਂ ਆਪਾਂ ਪੜਾਂਗੇ ਆਪਾਂ ਦੇਖਾਂਗੇ ਕਿ ਅਜੰਤਾ ਕੇਵਸ ਜੋ ਐਕਸਕੇਵੇਟ ਕੀਤੀਆਂ ਗਈਆਂ ਸੀ ਉਹ 2nd century BC
टू 6th ਸੈਂਚਰੀ AD ਦੇ ਵਿੱਚ ਜੋ ਹੈ ਐਕਸਕੇਵੇਟ ਕੀਤੀਆਂ ਗਈਆਂ ਸੀ। ਸੋ ਆਂਸਰ ਵਿਲ ਬੀ ਡੀ। ਨੈਕਸਟ MCQ ਦੇਖਦੇ ਹਾਂ। ਕੰਸੀਡਰ ਦੀ ਫੋਲੋਇੰਗ ਸਟੇਟਮੈਂਟ, ਸਨ ਟੈਂਪਲ ਐਟ ਕੋਨਾਰਕ was built in the middle of 18th century. Sun temple at Konark was built by Narsim Varman. ਸੋ ਕੀ ਪੁੱਛਿਆ ਗਿਆ ਇਸ ਕੁਐਸਚਨ ਦੇ ਵਿੱਚ? ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕੋਨਾਰਕ ਸਨ ਟੈਂਪਲ ਬਾਰੇ, ਜੋ ਕਿ ਕਿੱਥੇ ਹੈ? ਉੜੀਸਾ ਦੇ ਵਿੱਚ। ਉਹਦੇ ਬਾਰੇ ਪੁੱਛਿਆ ਗਿਆ। ਪਹਿਲਾ ਕਥਨ ਕਿਹਾ ਗਿਆ ਹੈ ਕਿ ਇਹਦੇ ਜੋ ਮੈਨੂਫੈਕਚਰਿੰਗ ਹੋਈ ਜਾਂ ਜੋ ਕੰਸਟਰਕਸ਼ਨ ਹੋਈ ਉਹ 18th ਸੈਂਚਰੀ ਦੇ ਵਿੱਚ ਹੋਈ। ਯੈਸ। ਸੈਕਿੰਡ ਪੁੱਛਿਆ ਗਿਆ ਹੈ ਕਿ ਸਨ ਟੈਂਪਲ ਐਟ ਕੋਨਾਰਕ ਕਿਹਦੇ ਦੁਆਰਾ ਬਣਾਇਆ ਗਿਆ? ਨਰਸਿੰਘ ਵਰਮਨ। ਬਿਲਕੁਲ ਠੀਕ ਹੈ। ਸੋ ਇਹਦਾ ਜੋ ਆਂਸਰ ਰਹੇਗਾ ਉਹ ਰਹੇਗਾ ਸੀ। ਥਰਡ MCQ ਦੇਖिए, विच ऑफ द फॉलोइंग इज और आर वैटलैंड रीजनस ऑफ इंडिया? वैटलैंड रीजनस। सो आपको पता होना चाहिए कि ये वैटलैंड रीजन की चीज़ होंगी है, ये एनवायरमेंट लिए क्यों जरूरी है, किहड़े रीजनस नूं वैटलैंड रीजन कहा जाता है, क्यों कहा जाता है, कि इहदे राहीं कोई कन्वेंशन हुई सीगी, कोई स्टैंडर्ड है, कोई वर्ड स्टैंडर्ड है कि जिन्होंने वैटलैंड कहा जाता है। एक एक चीज़ आप डिटेल च पढ़ांगे। बट इस क्वेश्चन की अगर आप गल करिए, फर्स्ट कहता है सैलाइन एक्सपेंसिज ऑफ गल्फ ऑफ कच्छ, जो कि गुजरात दे विच है। बिल्कुल ठीक है। लेक्स रीजन लद्दाख, यस। फ्रैश वाटर मार्शिज ऑफ गैंगनेटिक प्लेन, यस, एब्सोल्यूटली ट्रू। सो द आंसर विल बी डी। फोर्थ देखो, जो कि मैं कन्वेंशन की गल की, फोर्थ MCQ ऐसे ते डिपेंड करता है, विद रैफरेंस टू भितरकनिका नैशनल पार्क, जो कि ऑल्सो कित्थे है? उड़ीसा दे विच। भितरकनिका नैशनल पार्क, विच ऑफ द फॉलोइंग इज और आर ट्रू? इट इज़ द सेकेंड लार्जेस्ट मैंग्रोव इकोसिस्टम इन इंडिया, विच इज़ वन ऑफ द 37 रामसर साइट। सो आपको पता होना चाहिए है कि ये रामसर की है। रामसर एक जगह है ईरान दे विच। ਇੱਥੇ 1971 ਦੇ ਵਿੱਚ ਇੱਕ ਕਨਵੈਨਸ਼ਨ ਹੋਈ, ਜਿੰਦੇ ਵਿੱਚ ਇਹ ਕਿਹਾ ਗਿਆ ਕਿ ਸਾਰੀ ਕੰਟਰੀਜ਼ ਨੂੰ ਇਹ ਡਾਇਰੈਕਟ ਕੀਤਾ ਗਿਆ ਕਿ ਜੋ ਤੁਹਾਡੇ ਵੈਟਲੈਂਡ ਰੀਜਨਸ ਹੈ, ਹੁਣ ਇਹ ਵੈਟਲੈਂਡ ਰੀਜਨ ਕੀ ਹੁੰਦਾ ਹੈ, ਜਾਂ ਆਪਾਂ ਵੈਟਲੈਂਡ ਵਾਲੇ ਲੈਕਚਰ ਦੇ ਵਿੱਚ ਪੜਾਂਗੇ ਕਿ ਇਹ ਕਿਉਂ ਜ਼ਰੂਰੀ ਹੁੰਦੇ ਹੈ। ਸੋ ਵੈਟਲੈਂਡ ਜੋ ਹੈ ਉਹਨਾਂ ਨੂੰ ਰੈਕੋਗਨਾਈਜ਼ ਕੀਤਾ ਜਾਏਗਾ। ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਕਿ ਭੀਤਰਕਨਿਕਾ ਨੈਸ਼ਨਲ ਪਾਰਕ ਵੀ ਉਹਨਾਂ ਚੋਂ ਇੱਕ ਹੈ। ਯੈਸ। इट इज़ ड्रेन्ड बाय ब्रह्मणी एंड बैतरनी रिवर, बिल्कुल ठीक है। एंड इनके ईस्ट ते की लाई करती है, जो है गहीर माथा मैरीन सेंचुरी। सो इनका आंसर भी डी आएगा कि ये तीनों कथन बिल्कुल ठीक ने। हुण ईयर वाइज अगर आप कोई क्वेश्चन पूछिए, कितना डीप क्वेश्चन आ सकता है, लास्ट ईयर क्वेश्चन, इन विच ईयर इंडियन माउंटेनियन फाउंडेशन वाज एस्टैब्लिश्ड। देखो एग्जैक्ट ईयर पूछा गया है, ऑप्शन भी बिल्कुल क्लोज दिते गए हैं। सो इनका आंसर जो है वो आएगा आंसर ए। सो फ्रेंड्स हुण मैनूं ये तुहानूं दस्सण दी जरूरत नहीं है कि इस तरह के जो लेवल है वो किहड़े एग्जाम्स दे विच पूछा जाता है। सो तुसीं अगर स्टडी कर रहे हो, तुसीं प्रीवियस ईयर क्वेश्चन पढ़ रहे हो, तुसीं कुछ प्रीवियस ईयर पेपर दे विच अगर तुसीं अपीयर भी होए हो, तो तुहानूं क्लीयरली पता है कि जो PCS दे लेवल है, जो PPSC, जो UPSC एग्जामिनेशन दे विच इस तरह के क्वेश्चन पूछे जाते हैं। सो अगर आप इन्नी डिटेल दे विच अगर स्टैटिक GK कर लीए, तो जो दूसरे तरह के पेपर है, जो जिन्हां दे विच लेवल थोड़ा घट, अजकल तो वैसे हर एग्जाम दे विच लेवल बहुत टफ पूछा जा रहा है, बट जिहड़े एग्जाम दे विच GS आ रही है, जिहड़े एग्जाम दे विच स्टैटिक GK आ रही है, सो ओबवियसली चाहे वो पटवारी का एग्जाम है, चाहे वो कानूगो का एग्जाम है, चाहे वो एक्साइज इंस्पैक्टर का एग्जाम है, चाहे वो रेलवे के कोई एग्जाम है, तो आप हर तरह की स्टैटिक GK नूं चुटकियां च हल कर सकते हैं अगर आप एक एक डिटेल की होवे। हर लैक्चर के नाल तुहानूं PDF प्रोवाइड कराई जाएगी। हर डिटेल तुसीं कमेंट बॉक्स दे विच पूछ सकते हो अगर कोई चीज़ उहदे विच रह गई तो। सो दोस्तों बने रहो चैनल दे नाल, लाइक करो वीडियो नूं, शेयर करो। बहुत जल्दी पहले लैक्चर दे नाल मिलांगे। सो दोस्तों स्टे सेफ, रब राखा।